अस्सलाम वालेकुम मेरे भैनों ते भराओ। अज एक बड़ा अहम मसला है जिहड़ा मैं तुहाडे अग्गे भी रखना चाहनी हाँ। ते ये सिर्फ मेरा ही मसला नहीं, ये सारे पूरे पाकिस्तान का मसला है कि साड़ी जिहड़ी नस्ल है ये पढ़ लिख के बैठी है और फिर इन्हां कोल रोज़गार नहीं। और इन्हां च सारियां तो ज़्यादा जिन्हां कोल रोज़गार नहीं, सब तो ज़्यादा तादाद उन्हां लोगों की है जिन्हां दे वालदैन ने मेहनत मजदूरी करके अपनी जमा पूंजी अपनी औलाद ते लाई ते अज उन्हां कोल नौकरियां नहीं। चाहे उन्होंने आला तालीम दिलवाई है ते चाहे वो मुनासब जिन्हों कह सकते हो कि तुसी ग्रैजुएट करवा लिया। तो इस तो बाद हुण तुसी वो लोग जदों घरां च बैठे ने ते ये हालात इवें उन्हां दे नाल गुजर रहे ने, जिहड़ी ज़हनी अजियत चो वो शिकार ने। ना उन्हां नौजवानों नौकरियां मिल रही ने, परेशानी च ने, वालदैन अलग परेशानी च ने कि इन्ने पढ़ा लिखा के असी मुंडे कल नूं उत्थे रेहड़ियां ला दईए, इन्हां लवा दईए, मजदूरी करन ते ला दईए ते अज इन्हां नौकरियां नहीं मिलियां। ये बड़ा गंभीर मसला है ते जेहड़े बारे सोचिया ही नहीं जा रहा। ना साडी हुकमरान सोचते ने ते ना, हालांकि जिथे तुहाडा ਇਹ ਪੈਸੇ ਦਿੰਦੇ ਨੇ, ਪੈਸੇ ਘਰਾਂ 'ਚ 15-15 ਹਜ਼ਾਰ ਰੁਪਏ ਦੇ ਰਹੇ ਨੇ, ਇਹਦੀ ਕੋਈ ਫੈਕਟਰੀ ਜਾਂ ਮਿਲ ਲਗਾ ਦਿੱਤੀ ਜਾਏ ਤੇ ਕੀ ਇਹ ਬਿਹਤਰ ਨਹੀਂ ਕਿ ਉਸ ਫੈਕਟਰੀ ਜਾਂ ਮਿਲ 'ਚ ਲੋਕਾਂ ਨੂੰ ਬਾਇਜ਼ਤ ਰੋਜ਼ਗਾਰ ਮੁਯੱਸਰ ਹੋਵੇ, ਉਹਨਾਂ ਨੂੰ ਮਿਲੇ, ਉੱਥੇ ਇਹਨਾਂ ਨੌਜਵਾਨਾਂ ਨੂੰ ਵੀ ਮਿਲੇ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ 15-15 ਹਜ਼ਾਰ ਕਿ ਉਹ ਇਸ ਕਾਬਲ ਨਹੀਂ ਹੈ, ਉਹਨਾਂ ਦੀ ਤਾਲੀਮੀ ਜਿਹੜੀ ਹਾਲਤ ਹੈ ਉਹ ਨਹੀਂ ਹੈਗੀ ਇਸ ਕਾਬਲ ਕਿ ਉਹ ਕੋਈ ਅੱਛੀ ਨੌਕਰੀ ਕਰ ਸਕਣ। ਅੱਛਾ ਚਲੋ ਉਹਨਾਂ ਉੱਥੇ ਮਜ਼ਦੂਰੀ ਉਹ ਲੋਕ ਕਰ ਸਕਣ ਔਰ ਇਹਨਾਂ ਨੌਜਵਾਨਾਂ ਨੂੰ ਵੀ ਉੱਥੇ ਕੋਈ ਮੌਕਾ ਮਿਲੇ ਕੰਮ ਕਰਨ ਦਾ। ਤੇ ਇਹ ਬਿਹਤਰ ਨਹੀਂ ਇਹ 15-15 ਹਜ਼ਾਰ ਰੁਪਏ ਜਿੰਨੀ ਇੱਜ਼ਤ ਇਹਤਰਾਮ ਨਾਲ ਦਿੱਤੇ ਜਾ ਰਹੇ ਨੇ, ਤੇ ਮੇਰੇ ਖਿਆਲ ਹੈ ਕਿ ਇਹ ਉਨੀ ਉਦੋਂ ਥੋੜ੍ਹੀ ਜੇ ਘੱਟ ਇੱਜ਼ਤ ਕਰ ਲੈਣ ਤੇ ਇਹ ਲੋਕ ਅਗਰ ਮਜ਼ਦੂਰੀ ਕਰਕੇ ਉੱਥੇ ਤੇ ਇਹ ਹਾਸਲ ਕਰਨ ਇਹੀ ਪੈਸੇ ਬਾਇਜ਼ਤ ਤਰੀਕੇ ਦੇ ਨਾਲ, ਤੇ ਇਹ ਸਭ ਤੋਂ ਬਿਹਤਰੀਨ ਹੈ। ਨੌਜਵਾਨ ਪੜ੍ਹ ਰਹੇ ਨੇ, लिख रहे ने, लेकिन पढ़े बैठे ने, बल्कि बेरोज़गार बैठे ने, वालदैन ज़हनी अज़ियत दा अलग शिकार ने, नौजवान ज़हनी अज़ियत दा अलग शिकार ने और इहदा हल कोई नहीं लभ रहा। ना तुसी लभ रहे हो, ना मैं लभ रही हूँ, ना साडे दोनों कोल है वे हल है वे ते साडियां गौरमेंट कोल है। ते गौरमेंट इस बारे सब तो पहला तो ये सोचे। कल नूं अज भी गंभीर मसला है ते कल नूं इस तो भी ज़्यादा हो जाना है, ते इनू ज़्यादा इस तो ज़्यादा होने तो पहले इहदा हल तलाश करन, इन्हां नौजवानों नूं नौकरियां देण, बजाए कि जिहड़े बेचारे नौकरियां ते लगे ने उन्हां नूं भी कड्ढण दे बारे सोचिया जा रहा है। ते इह अवाम टैक्स दिंदी है ते हर हाल च भावें इन्हां कोल रुपया जेब च है या नहीं है, लेकिन इन्हां टैक्स ते देना ही देना है। ते ऐसे टैक्स ਦੇ ਨਾਲ ਹੀ ਕੋਈ ਫੈਕਟਰੀਆਂ ਪਾਕਿਸਤਾਨ 'ਚ ਵੀ ਲਾਈਆਂ ਜਾਣ, ਕੋਈ ਕੋਈ ਲੋਕਾਂ ਨੂੰ ਇੱਥੇ ਇਨਵੈਸਟਮੈਂਟ ਕਰਨ ਦਾ ਵੀ ਅੱਛਾ ਮਾਹੌਲ ਫਰਾਹਮ ਕੀਤਾ ਜਾਏ ਤਾਂ ਕਿ ਇਹ ਨੌਜਵਾਨ ਉੱਥੇ ਕੰਮ ਕਰ ਸਕਣ। ਤੇ ਜੇ ਅੱਜ ਇਹਨਾਂ ਲਈ ਕੋਈ ਕਦਮ ਨਾ ਉਠਾਇਆ ਗਿਆ ਤੇ ਕੱਲ੍ਹ ਨੂੰ ਅੱਗੇ ਕਿੰਨੇ ਹਾਲਾਤ ਹੋਣੇ ਨੇ ਖਰਾਬ। ਤੇ ਇਹਦੇ ਤੋਂ ਸਾਡੇ ਨਾਲ ਬਿਹਤਰ ਤੇ ਗੌਰਮੈਂਟ ਜਾਣਦੀ ਹੈ। ਤੇ ਮੇਰੀ ਗੌਰਮੈਂਟ ਕੋਲ ਇਹ ਅਪੀਲ ਹੈ ਕਿ ਇਹਨਾਂ ਨੌਜਵਾਨਾਂ ਵਾਸਤੇ ਰੋਜ਼ਗਾਰ ਦਾ ਬੰਦੋਬਸਤ ਕੀਤਾ ਜਾਵੇ। ਇਹਨਾਂ ਦੀ ਕੁਆਲੀਫਿਕੇਸ਼ਨ ਜਿਹੜੀ ਇਹਨਾਂ ਦੀ ਤਾਲੀਮੀ ਡਿਗਰੀਆਂ ਦੇ ਮੁਤਾਬਕ ਇਹਨਾਂ ਨੂੰ ਦਿੱਤੀ ਜਾਏ। ਜਿਹੜਾ ਹੁਣ ਜਿਸ ਤਰ੍ਹਾਂ 15-15 ਹਜ਼ਾਰ ਰੁਪਏ ਦਿੱਤੇ ਜਾ ਰਹੇ ਨੇ ਤੇ ਇਹ 15-15 ਹਜ਼ਾਰ ਰੁਪਏ ਕਿੰਨੇ ਅਰਬ ਰੁਪਏ ਵੇ ਜਿਹੜਾ ਫੰਡ ਮੁਖਤਸ ਕੀਤਾ ਜਾਂਦਾ ਹੈ, ਤੇ ਉਹ ਚਾਹੇ ਬੇਨਜ਼ੀਰ ਇਨਕਮ ਸਪੋਰਟ ਦੀ ਸੂਰਤ 'ਚ ਤੇ ਚਾਹੇ ਉਹ ਅਹਿਸਾਸ ਪ੍ਰੋਗਰਾਮ ਦੀ ਸੂਰਤ 'ਚ। ਇਹਦੇ ਨਾਲ ਤੁਸੀਂ ਐਸੇ ਪੈਸੇ ਦੇ ਨਾਲ ਫੈਕਟਰੀਆਂ ਲਗਾਏ ਜਾਣ ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲੇ, ਤੇ ਲੋਕਾਂ ਨੂੰ ਜਦੋਂ ਆਪਣੇ ਇਸਦੇ ਹੱਥੀਂ ਕਮਾਉਣਗੇ ਤੇ ਉਹਨਾਂ ਨੂੰ ਵੀ ਅਹਿਸਾਸ ਹੋਏਗਾ। ਤੇ ਉਹ ਨੌਜਵਾਨ ਜਿਹੜੇ ज़हनी अज़ियत ਦਾ शिकार ਨੇ, ਜਿਨ੍ਹਾਂ ਦੇ ਵਾਲदैन ज़हनी अज़ियत ਦਾ शिकार ਨੇ, ਔਰ ਵੇਖੋ ਕਿ ਅੱਗੇ ਤਾਲੀਮ ਲੋਕ ਲੈਣ ਤੋਂ ਜਿਹੜੇ ਨੇ ਉਹ ਕਹਿ ਰਹੇ ਨੇ ਫਾਇਦਾ ਤੇ ਕੋਈ ਨਹੀਂ, ਰਹਿਣਾ ਤੇ ਬੇਰੁਜ਼ਗਾਰ ਹੀ ਹੈ ਤੇ ਅੱਗੇ ਮਜ਼ੀਦ ਤਾਲੀਮ ਕੀ ਲੈਣੀ ਹੈ। ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਤੇ ਤੁਸੀਂ ਆਪਣੀ ਰਾਏ ਜ਼ਰੂਰ ਦੱਸਣਾ। ਇਹਦੇ ਨਾਲ ਹੀ ਇਜਾਜ਼ਤ ਚਾਹਾਂਗੀ। ਅੱਲਾ ਹਾਫਿਜ਼।